ਪਰਸੋਨਲ ਐਡਮਿਨਿਸਟ੍ਰੇਸ਼ਨ ਯਾਨੀ ਕਿ ਕਰਮਚਾਰੀ ਪ੍ਰਸ਼ਾਸਨ। ਇਹਦੇ ਵਿੱਚ ਪਟਲਿਆ ਨੇ ਜੋ ਚੀਜ਼ਾਂ ਮੈਂਸ਼ਨ ਕੀਤੀਆਂ ਨੇ ਪਰਸੋਨਲ ਐਡਮਿਨਿਸਟ੍ਰੇਸ਼ਨ ਟੌਪਿਕ ਦੇ ਹੇਠ, ਉਹਨੂੰ ਸਟੱਡੀ ਆਪਾਂ ਇਸ ਤਰੀਕੇ ਨਾਲ ਕਰਾਂਗੇ। ਪਹਿਲਾਂ ਤਾਂ ਆਰਗੇਨਾਈਜੇਸ਼ਨਲ ਸਟਰਕਚਰ, ਜਿਹੜਾ ਬਿਊਰੋਕ੍ਰੇਸੀ ਆ, ਮੰਤਰੀ ਸੀਗੇ, ਲੋਕਲ ਲੈਵਲ ਆਫੀਸਰ ਸੀਗੇ, ਉਹ ਐਗਜ਼ਾਮ ਦੇ ਵਿੱਚ ਤੁਸੀਂ ਲਿਖ ਸਕਦੇ ਹੋ ਜੇ ਪਰਸੋਨਲ ਐਡਮਿਨਿਸਟ੍ਰੇਸ਼ਨ ਤੇ ਸਵਾਲ ਆਉਂਦਾ ਹੈਗਾ। ਤੇ ਉਸ ਤੋਂ ਬਾਅਦ ਸਪੈਸੀਫਿਕਲੀ ਜੋ ਪਰਸੋਨਲ ਐਡਮਿਨਿਸਟ੍ਰੇਸ਼ਨ ਨਾਲ ਟੌਪਿਕਸ ਹੁੰਦੇ ਨੇ, ਰਿਕਰੂਟਮੈਂਟ ਦੇ, ਪ੍ਰਮੋਸ਼ਨ ਦੇ, ਟ੍ਰਾਂਸਫਰ ਦੇ, ਉਸ ਤੇ ਕਟਲਿਆਂ ਨੇ ਥੋੜੀ ਹੋਰ ਜ਼ਿਆਦਾ ਚਰਚਾ ਕੀਤੀ ਅੱਡ-ਅੱਡ ਬੁੱਕਸ ਦੇ ਵਿੱਚ। ਤਾਂ ਸਭ ਤੋਂ ਪਹਿਲਾਂ ਕੁਆਲੀਫਿਕੇਸ਼ਨ ਤੇ ਰਿਕਰੂਟਮੈਂਟ। ਤਾਂ ਕੋਈ ਵੀ ਜੇ ਕੋਈ ਜੌਬ ਲੈਣਾ ਚਾਹੁੰਦਾ ਹੈਗਾ, ਹਰੇਕ ਜੌਬ ਹੋਲਡਰ ਲਈ ਉਹ ਕੁਆਲੀਫਿਕੇਸ਼ਨ ਦੇਖਦਾ ਹੈਗਾ ਵੀ ਉਹ 'ਚ ਕੁਆਲਿਟੀਜ਼ ਕੁਛ ਹੋਣੀਆਂ ਚਾਹੀਦੀਆਂ ਨੇ। ਹਰੇਕ ਪਬਲਿਕ ਐਮਪਲੋਇਮੈਂਟ ਸੀਕਰ ਜਿਹਨੇ ਵੀ ਸਰਕਾਰੀ ਨੌਕਰੀ ਲੈਣੀ ਹੈ, ਉਹ ਲੋਇਲ ਹੋਵੇ ਸਰਕਾਰ ਪ੍ਰਤੀ ਤੇ ਆਪਣੇ ਜਿਹੜਾ ਰਾਜਾ ਹੈ ਮਤਲਬ ਤੇ ਕਿੰਗਡਮ ਪ੍ਰਤੀ, ਤੇ ਉਹਦਾ ਕਮਿਟਮੈਂਟ ਹੋਵੇ ਰਾਜਾ ਤੇ ਕਿੰਗਡਮ ਪ੍ਰਤੀ। ਤੇ ਕਟਲਿਆ ਤਿੰਨ ਤਰੀਕੇ ਦੀ ਕੁਆਲੀਫਿਕੇਸ਼ਨ ਦੇਖਦਾ ਹੈਗਾ, ਮੋਰਲ, ਟੈਕਨੀਕਲ ਤੇ ਲਾਇਲਟੀ। ਮਤਲਬ ਉਹ ਐਥੀਕਲ ਹੋਵੇ, ਗਲਤ ਕੰਮ ਨਾ ਕਰੇ, ਟੈਕਨੀਕਲ ਨੌਲੇਜ ਹੋਵੇ, ਮੰਨ ਲਓ ਕੋਈ ਅਕਾਊਂਟਸ ਦਾ ਕੰਮ ਕਰ ਰਿਹਾ ਤਾਂ ਉਹਨੂੰ ਅਕਾਊਂਟਿੰਗ ਦੀ ਜਾਣਕਾਰੀ ਹੈ। ਫਿਰ ਲਾਇਲਟੀ, ਮਤਲਬ ਉਹ ਲਾਇਲ ਹੋਵੇ ਰਾਜਾ ਤੇ ਕਿੰਗਡਮ ਦੇ ਪ੍ਰਤੀ, ਆਪਣੇ ਦੇਸ਼ ਪ੍ਰਤੀ। ਤਾਂ ਇਹ ਤਿੰਨ ਕੁਆਲੀਫਿਕੇਸ਼ਨਸ ਦੀ ਗੱਲ ਕੀਤੀ ਗਈ ਹੈਗੀ ਆ। ਤੇ ਉਸ ਤੋਂ ਬਾਅਦ ਉਹ ਗਰੀਡ, ਲਸਟ, ਹੋਰ ਮਾੜੀਆਂ ਚੀਜ਼ਾਂ ਤੋਂ ਦੂਰ ਹੋਵੇ। ਤਾਂ ਇਹ ਜਿਹੜੀ ਹੈਗੀ ਆ ਉਹਦੀ ਪਰਸਨਲ ਕਰੈਕਟਰ ਦੀ ਕੁਆਲਿਟੀਜ਼ ਨੇ। ਤੇ ਉਹਨਾਂ ਨੂੰ ਰਿਕਰੂਟ ਕਰਨ ਲਈ ਉਹ ਕੁਝ ਟੈਸਟ ਵੀ ਲਿਖਦਾ ਹੈਗਾ ਵੀ ਇਸ ਤਰੀਕੇ ਦੇ 3-4 ਟੈਸਟ ਦਿੰਦਾ ਵੀ ਇਹ ਟੈਸਟ ਹੋਣੇ ਚਾਹੀਦੇ ਨੇ, ਜੋ ਪਾਸ ਹੁੰਦਾ ਹੈਗਾ ਤਾਂ ਉਹਨੂੰ ਇਸ ਤਰੀਕੇ ਦਾ ਕੰਮ ਦੇ ਦੇਣਾ ਚਾਹੀਦਾ। ਤਾਂ ਉਹ ਕੁਆਲੀਫਿਕੇਸ਼ਨਸ ਦੀ ਗੱਲ ਕਰਦਾ ਹੈਗਾ ਤੇ ਰਿਕਰੂਟਮੈਂਟ ਦੀ। ਰਿਕਰੂਟਮੈਂਟ ਦੇ ਵਿੱਚ ਰਾਜਾ ਹੀ ਜਿਹੜੇ ਹਾਇਰ ਆਫੀਸਰਸ ਨੇ ਅਪੁਆਇੰਟ ਕਰਦਾ ਹੈਗਾ ਜ਼ਿਆਦਾਤਰ। ਜਿਹੜੇ ਨਿਚਲੇ ਲੈਵਲ ਦੇ ਅਧਿਕਾਰੀ ਨੇ ਉਹ ਲੋਅਰ ਲੈਵਲ ਆਫੀਸਰਸ ਅਪੁਆਇੰਟ ਕਰ ਲੈਂਦੇ ਨੇ, ਜਿਹੜੇ ਕਿ ਅਮਤਿਆਸ ਵਗੈਰਾ ਹੈਗੇ ਨੇ, ਮੰਤਰੀ ਰਾਜੇ ਤੋਂ ਥੱਲੇ। ਮਤਲਬ ਜਿਹੜਾ ਰਾਜਾ ਉਹਦੇ ਲਈ ਵੀ ਐਲੀਜੀਬਿਲਿਟੀ ਕੰਡੀਸ਼ਨਸ ਨੇ, ਤਾਂ ਰਾਜੇ ਲਈ ਵੀ ਇਹਨੇ ਕੁਆਲੀਫਿਕੇਸ਼ਨ ਰੱਖ ਦਿੱਤੀ। ਤੇ ਜਿਹੜਾ ਪ੍ਰੀਸਟ ਹੈ, ਹੈਡਸ ਆਫ ਡਿਪਾਰਟਮੈਂਟ ਨੇ, ਪ੍ਰਿੰਸ ਨੇ, ਉਹਨਾਂ ਲਈ ਵੀ ਕੁਆਲੀਫਿਕੇਸ਼ਨਸ ਜਾਂ ਟ੍ਰੇਨਿੰਗ ਟਾਈਪ ਕੁਝ ਚੀਜ਼ਾਂ ਦਿੱਤੀਆਂ ਹੋਈਆਂ ਨੇ। ਸਿਵਲ ਸਰਵੈਂਟਸ ਲਈ ਟੈਸਟ ਆ ਜਿਹਦੇ ਤਹਿਤ ਉਹਨਾਂ ਦੀ ਪਲੇਸਮੈਂਟ ਹੋਊਗੀ। ਮਤਲਬ ਜਿਵੇਂ ਟੈਸਟ ਹੈਗਾ ਫਰੀडम ਫਰੋਮ ਅਲਿਊਰਮੈਂਟਸ, ਮਤਲਬ ਕੋਈ ਲਾਲਚ ਤੋਂ ਦੂਰ ਹੈਗਾ ਉਹਦੇ ਲਈ ਟੈਸਟ ਦਿੱਤਾ ਗਿਆ ਹੈਗਾ। ਕੌਟਲਿਆ ਇਸ ਦੀ ਗੱਲ ਕਰਦਾ ਹੈ ਵੀ ਜਦੋਂ ਇਹ ਟੈਸਟ ਪਾਸ ਹੋਵੇ ਵੀ ਕੋਈ ਬੰਦਾ ਹੈਗਾ ਲਾਲਚ ਤੋਂ ਦੂਰ ਹੈਗਾ, ਉਹਨੂੰ ਅਧਿਆਕਸ਼ਾਸ ਬਣਾਇਆ ਜਾ ਸਕਦਾ ਡਿਪਾਰਟਮੈਂਟ ਆਫ ਰੈਵਨਿਊ ਤੇ ਵੇਅਰ ਹਾਊਸ ਦੇ ਵਿੱਚ। ਇਸ ਤਰੀਕੇ ਨਾਲ ਹੋਰ ਕਈ ਟੈਸਟ ਦੱਸਦਾ ਹੈਗਾ ਤਾਂ ਉਹਦੇ ਨਾਲ ਉਹਨੂੰ ਹੋਰ ਕਿਤੇ ਲਾਇਆ ਜਾ ਸਕਦਾ। ਸਾਰੀ ਅਪੁਆਇੰਟਮੈਂਟਸ ਰਾਜਾ ਕਰਦਾ ਸੀ ਹਾਇਰ ਲੈਵਲ। ਫਿਰ ਜਿਹੜੇ ਅਮਤਿਆ ਸੀਗੇ ਉਹਨਾਂ ਦੀ ਕੁਆਲੀਫਿਕੇਸ਼ਨ ਜਾਂ ਰਿਕਰੂਟਮੈਂਟ ਦੀ ਗੱਲ ਕੀਤੀ ਗਈ ਆ। ਪਹਿਲਾਂ ਤਾਂ ਉਹ ਨਾਗਰਿਕ ਹੋਣ, ਸਿਟੀਜ਼ਨ ਹੋਣ, ਬਾਹਰੋਂ ਨਾ ਬੁਲਾਏ ਜਾਣ। ਹਾਈ ਫੈਮਿਲੀ ਮਤਲਬ ਅਪਰ ਕਾਸਟ ਤੇ ਜਾਂ ਵਧੀਆ ਫੈਮਿਲੀਜ਼ ਨੂੰ, ਐਲੀਟ ਨੂੰ ਬਿਲੋਂਗ ਕਰਦੇ ਹੋਣ। ਵੈਲ ਟ੍ਰੇਨਡ ਇਨ ਆਰਟਸ, ਜਿਹੜੀ ਆਪਣਾ ਪ੍ਰਸ਼ਾਸਨ, ਪਬਲਿਕ ਐਡਮਿਨਿਸਟ੍ਰੇਸ਼ਨ ਦੀ ਸਾਇੰਸ ਆ ਉਸਦੇ ਵਿੱਚ ਟ੍ਰੇਨਿੰਗ ਹੋਵੇ ਉਹਨਾਂ ਦੀ। ਤਾਂ ਉਹਦੀ ਕੁਆਲਿਟੀਜ਼ ਕੁਝ ਲਿਖੀਆਂ ਹੋਈਆਂ ਨੇ, ਪੋਜ਼ੈਸ ਫੋਰਸਾਈਟ, ਵਿਜ਼ਡਮ, ਇੰਟੈਲੀਜੈਂਸ, ਮੈਮਰੀ, ਪਿਓਰਿਟੀ ਆਫ ਕਰੈਕਟਰ, ਡਿਗਨਿਟੀ, ਬਰੇਵਰੀ, ਲਾਇਲ, ਸਕਿਲਫੁਲ। ਤਾਂ ਇਸ ਤਰੀਕੇ ਦੀ ਐਕਸਟੈਂਸਿਵ ਕੁਆਲਿਟੀਜ਼ ਵੀ ਕੌਟਲਿਆ ਨੇ ਮੈਂਸ਼ਨ ਕੀਤੀਆਂ ਨੇ। ਜੇ ਕੁਆਲਿਟੀਜ਼ ਹੋਣਗੀਆਂ ਤਾਂ ਅਮਤਿਆਸ ਵਧੀਆ ਪਰਫਾਰਮ ਕਰਨਗੇ ਤੇ ਕਿੰਗਡਮ ਦੇ ਵਿੱਚ ਖੁਸ਼ਹਾਲੀ ਆਊਗੀ। ਉਸ ਤੋਂ ਬਾਅਦ ਅੱਗੇ ਗੱਲ ਕਰਦੇ ਹਾਂ ਪ੍ਰਮੋਸ਼ਨਸ ਦੀ। ਪ੍ਰਮੋਸ਼ਨਸ ਜਿਹੜੀਆਂ ਹੈਗੀਆਂ ਨੇ ਮੈਰਿਟ ਤੇ ਸੂਟੇਬਿਲਿਟੀ ਫॉर ਪੋਜੀਸ਼ਨ, ਇਹ ਦੋ ਬੇਸਿਸ ਤੇ ਹੋਣਗੀਆਂ। ਤਾਂ ਪ੍ਰਮੋਸ਼ਨ ਤੇ ਟ੍ਰਾਂਸਫਰ ਇਹ ਦੋਨੋਂ ਕਿੰਗ ਦੇ ਡਿਸਕ੍ਰਿਸ਼ਨ ਨੇ, ਕਿੰਗ ਹੀ ਡਿਸਾਈਡ ਕਰਦਾ ਹੈਗਾ। ਪਰਫਾਰਮੈਂਸ ਇਵੈਲੂਏਸ਼ਨ ਕਿੰਗ ਹੀ ਕਰਦਾ ਹੈ, ਰਾਜਾ ਦੇਖਦਾ ਵੀ ਕਿੰਨਾ ਕੁ ਉਹਨੇ ਵਧੀਆ ਪਰਫਾਰਮ ਕੀਤਾ ਤੇ ਉਹਦਾ ਬੇਸਿਸ ਹੁੰਦਾ ਆਬਜ਼ਰਵੇਸ਼ਨ ਤੇ ਫੀਡਬੈਕ। ਜੋ ਵੀ ਉਹਨੂੰ ਫੀਡਬੈਕ ਮਿਲਦਾ ਹੈਗਾ ਹਾਇਰ ਮਿਨਿਸਟਰਸ, ਇਨਰ ਕੈਬਨਿਟ ਤੋਂ, ਜਾਂ ਉਹ ਆਬਜ਼ਰਵ ਕਰਦਾ ਹੈ, ਉਸ ਆਧਾਰ ਤੇ ਉਹ ਪ੍ਰਮੋਸ਼ਨਸ ਕਰ ਸਕਦਾ ਹੈਗਾ। ਫਿਰ ਪਨਿਸ਼ਮੈਂਟ, ਜੇ ਕੋਈ ਵਾਇਲੇਸ਼ਨ ਕਰਦਾ ਹੈਗਾ ਰੂਲਸ ਤੇ ਰੈਗੂਲੇਸ਼ਨਸ ਦੀ, ਆਬਜ਼ਰਵ ਨਹੀਂ ਕਰ ਰਿਹਾ, ਖਾਸ ਕਰ ਜਿਵੇਂ ਹੈਡ ਆਫ ਦਾ ਡਿਪਾਰਟਮੈਂਟਸ ਨੇ, ਤਾਂ ਉਹਨਾਂ ਲਈ ਪਨਿਸ਼ਮੈਂਟਸ ਨੇ ਅੱਡ-ਅੱਡ ਤਰੀਕੇ ਦੀਆਂ। ਉਹਨਾਂ ਨੂੰ ਕੰਮ ਤੋਂ ਵੀ ਕੱਢਿਆ ਜਾ ਸਕਦਾ, ਫਾਈਨਸ ਲਾਏ ਜਾ ਸਕਦੇ ਨੇ। ਤਾਂ ਅੱਡ-ਅੱਡ ਤਰੀਕੇ ਦੀ ਪਨਿਸ਼ਮੈਂਟਸ ਨੇ ਅੱਡ-ਅੱਡ ਤਰੀਕੇ ਦੀ ਵਾਇਲੇਸ਼ਨਸ ਲਈ। ਇਹ ਵੀ ਡਿਟੇਲਡ ਕੌਟਲਿਆ ਨੇ ਮੈਂਸ਼ਨ ਕੀਤੀਆਂ ਨੇ। ਫਿਰ ਕੌਟਲਿਆ ਨੇ ਇਹ ਵੀ ਮੈਂਸ਼ਨ ਕੀਤਾ ਵੀ ਟ੍ਰਾਂਸਫਰ ਹੋਣਾ ਚਾਹੀਦਾ, ਜਿਹੜੇ ਹੈਡਸ ਆਫ ਡਿਪਾਰਟਮੈਂਟ ਨੇ ਉਹ ਹਮੇਸ਼ਾ ਰੋਟੇਟ ਹੋਣੇ ਚਾਹੀਦੇ ਨੇ। ਜਿਵੇਂ ਕੋਈ
ਡਿਪਾਰਟਮੈਂਟ ਆਫ ਮਾਈਨਸ 'ਚ ਕੰਮ ਕਰ ਰਿਹਾ, ਉਹਨੂੰ ਡਿਪਾਰਟਮੈਂਟ ਆਫ ਇੰਡਸਟਰੀਜ਼ 'ਚ ਲਾਤਾ, ਫਿਰ ਉਸ ਤੋਂ ਬਾਅਦ ਕਿਸੇ ਹੋਰ ਡਿਪਾਰਟਮੈਂਟ 'ਚ ਲਾਤਾ। ਇਹਦੇ ਨਾਲ ਕਰਪਸ਼ਨ ਸਟਾਪ ਹੋ ਜਾਊ, ਕਿਉਂਕਿ ਇੱਕ ਬੰਦਾ ਜੇ ਜ਼ਿਆਦਾ ਦੇਰ ਇੱਕ ਜਗ੍ਹਾ ਰਹਿੰਦਾ ਹੈਗਾ ਤਾਂ ਕਰਪਸ਼ਨ ਦੀ ਟੈਂਡੈਂਸੀਜ਼ ਆ ਸਕਦੀਆਂ ਨੇ। ਉਹ ਜਾਣਕਾਰ ਹੋ ਜਾਂਦਾ ਹੈ ਕੰਮ ਤੇ ਫਿਰ ਉਹਦੇ ਕੰਮ ਤੇ ਨਿਗਾਹ ਰੱਖਣ ਲਈ ਕੋਈ ਹੈ ਨਹੀਂ। ਜੇ ਰੋਟੇਸ਼ਨ ਹੋ ਰਹੀ ਆ ਤਾਂ ਉਹਦੀ ਜਗ੍ਹਾ ਜਿਹੜਾ ਬੰਦਾ ਆਊਗਾ ਉਹ ਪਿਛਲਾ ਕੰਮ ਚੈੱਕ ਕਰ ਸਕਦਾ ਹੈਗਾ। ਇਹ ਵੀ ਇੱਕ ਕਰਪਸ਼ਨ ਨੂੰ ਰੋਕਣ ਦਾ ਮਾਧਿਅਮ ਹੈਗਾ। ਮਤਲਬ ਇੱਕ ਜਿਹੜਾ ਬੰਦਾ ਇੱਕ ਜਗ੍ਹਾ ਤੇ ਹੀ ਕੰਮ ਕਰਕੇ ਪਾਵਰਫੁਲ ਨਾ ਹੋ ਜੇ, ਉੱਥੇ ਹੀ ਕਰਪਸ਼ਨ ਨਾ ਕਰਨ ਲੱਗ ਜਾਏ। ਪਰ ਕੁਛ ਐਕਸੈਪਸ਼ਨਸ ਨੇ, ਜਿਵੇਂ ਰਾਇਲ ਬਿਲਡਿੰਗਸ ਦੇ ਜਿਹੜੇ ਗਾਰਡਸ ਨੇ ਜਾਂ ਕਿਲੇ ਤੇ ਗਾਰਡਸ ਨੇ, ਤਾਂ ਉਹਨਾਂ ਦਾ ਟ੍ਰਾਂਸਫਰ ਨਹੀਂ ਹੋ ਸਕਦਾ। ਇਹ ਮਤਲਬ ਸਮਝਣ ਵਾਲੀ ਚੀਜ਼ ਆ। ਜੋ ਗਾਰਡਸ ਨੇ ਉਹ ਬਿਲਡਿੰਗਸ, ਪਾਰਟਿਕੂਲਰ ਬਿਲਡਿੰਗਸ ਦੀ ਰਖਵਾਲੀ ਕਰ ਰਹੇ ਨੇ, ਤਾਂ ਉਹਨਾਂ ਨੂੰ ਇੱਕ ਨੌਲੇਜ ਹੁੰਦੀ ਆ ਉਹ ਬਿਲਡਿੰਗ ਦੀ। ਬਾਰ-ਬਾਰ ਟ੍ਰਾਂਸਫਰ ਕਰਨ ਨਾਲ ਉਹਨਾਂ ਦਾ ਜਿਹੜਾ ਕੰਮ ਹੈ ਉਹ ਤੇ ਅਸਰ ਪੈਂਦਾ ਹੈ, ਕੰਮ ਐਡਵਰਸ ਹੋਊਗਾ। ਫਿਰ ਸੈਲਰੀਜ਼ ਦੀ ਗੱਲ ਕੀਤੀ ਗਈ ਹੈ। ਸੈਲਰੀ ਦਾ ਪੂਰਾ ਸਟਰਕਚਰ ਕੌਟਲਿਆ ਨੇ ਮੈਂਸ਼ਨ ਕੀਤਾ ਤੇ ਫਿਕਸ ਸੈਲਰੀ ਦੀ ਗੱਲ ਕੀਤੀ ਗਈ ਹੈ ਅਰਥ ਸ਼ਾਸਤਰਾਂ ਦੇ ਵਿੱਚ। ਤੇ ਰਾਜਾ ਦੀ ਡਿਸਕ੍ਰਿਸ਼ਨ ਆ, ਉਹਨੂੰ ਵਧਾ ਵੀ ਸਕਦਾ ਸੈਲਰੀ ਨੂੰ। 48,000 ਪਾਨਾਸ ਜੋ ਉਸ ਸਮੇਂ ਦੀ ਕਰੰਸੀ ਸੀ, ਉੱਥੋਂ ਲੈ ਕੇ 60 ਪਾਨਾ ਤੱਕ ਸਰਕਾਰੀ ਮੁਲਾਜ਼ਮਾਂ ਨੂੰ ਦਿੱਤਾ ਗਿਆ। 48,000 ਪਾਨਾਸ ਜਿਹੜਾ ਹਾਈਐਸਟ ਪੇ ਸਕੇਲ ਆ, ਇਹ ਚ ਪ੍ਰਾਈਮ ਮਿਨਿਸਟਰ ਆ ਗਿਆ, ਮਹਾਮਤਿਆ, ਪੁਰੋਹਿਤ, ਸੈਨਾਪਤੀ, ਯੁਵਰਾਜ। ਤਾਂ ਮਹਾਮਤਿਆ ਹੀ ਪ੍ਰਾਈਮ ਮਿਨਿਸਟਰ ਹੈ, ਪੁਰੋਹਿਤ ਹੈ, ਹਾਈ ਪ੍ਰੀਸਟ ਜਿਹੜੇ ਹੁੰਦੇ ਸੀ, ਸੈਨਾਪਤੀ, ਯੁਵਰਾਜ, ਤਾਂ ਇਹ ਹਾਇਰ ਲੈਵਲ ਆਫੀਸਰਸ ਨੇ। ਤੇ ਸੈਲਰੀ ਦੇਣ ਬਾਰੇ ਕੌਟਲਿਆ ਨੇ ਕੁਝ ਚੀਜ਼ਾਂ ਲਿਖਿਆ ਨੇ ਵੀ ਸੈਲਰੀ ਕਿਸ ਤਰੀਕੇ ਨਾਲ ਟੋਟਲ ਸੈਲਰੀ ਆਪਾਂ ਦੇਣੀ ਹੈ। ਜਿਹੜਾ ਟੋਟਲ ਐਕਸਪੈਂਡੀਚਰ ਆ ਸਾਰੇ ਮੁਲਾਜ਼ਮਾਂ ਦਾ ਸੈਲਰੀ ਤੇ, ਉਹ 1/4 ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਜਿਹੜਾ ਸਰਕਾਰ ਦਾ ਰੈਵਨਿਊ ਆ। ਤਾਂ ਜਿਹੜਾ ਵੀ ਸਟੇਟ ਦਾ ਰੈਵਨਿਊ ਹੈਗਾ ਉਹਦਾ 1/4 ਸੈਲਰੀ ਤੇ ਦੇ ਸਕਦੇ ਆ, 3/4 ਸੈਲਰੀ ਦੇ ਕੇ ਬਚਣਾ ਚਾਹੀਦਾ ਹੈਗਾ। ਤਾਂ ਇਹ ਗੱਲ ਇਸ ਲਈ ਕੀਤੀ ਗਈ ਹੈ ਕਿਉਂਕਿ ਹੋਰ ਵੀ ਐਕਸਪੈਂਡੀਚਰ ਹੁੰਦੇ ਨੇ ਸੈਲਰੀ ਤੋਂ ਇਲਾਵਾ, ਕੈਪੀਟਲ ਐਕਸਪੈਂਡੀਚਰ। ਤਾਂ ਉਹ ਕੈਪੀਟਲ ਐਕਸਪੈਂਡੀਚਰ ਦੀ ਗੱਲ ਕਰ ਰਿਹਾ ਉਸ ਸਮੇਂ। ਤੇ ਰੈਵਨਿਊ ਐਡਮਿਨਿਸਟ੍ਰੇਸ਼ਨ ਨੂੰ ਕਹਿ ਰਿਹਾ ਵੀ ਰੈਵਨਿਊ ਐਕਸਪੈਂਡੀਚਰ ਘੱਟ ਕੀਤਾ ਜਾਵੇ। ਜਿਵੇਂ ਅੱਜ ਦੇ ਸਮੇਂ 'ਚ ਆਪਾਂ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਜਿਹੜਾ ਰੈਵਨਿਊ ਬਜਟ ਜਾਂ ਸੈਲਰੀ ਸਬਸਿਡੀ ਤੇ ਬਜਟ ਹੈਗਾ ਉਹ ਬਹੁਤ ਜ਼ਿਆਦਾ ਸਪੈਂਡ ਹੋ ਜਾਂਦਾ, ਬਾਕੀ ਚੀਜ਼ਾਂ ਲਈ, ਕੈਪੀਟਲ ਐਕਸਪੈਂਡੀਚਰ ਲਈ ਘੱਟ ਜਾਂਦਾ। ਤਾਂ ਉਸ ਸਮੇਂ ਇਹ ਗੱਲ ਕਰਦਾ ਹੈਗਾ। ਤੇ ਸਟੇਟ ਕਪੈਸਿਟੀ ਦੇ ਹਿਸਾਬ ਨਾਲ ਹੋਵੇ ਸੈਲਰੀ, ਸਟੇਟ ਦੇ ਸਕੇ। ਉਸ ਤੋਂ ਬਾਅਦ ਕੰਟਰੀ ਸਾਈਡ ਤੇ ਸਿਟੀ ਨੂੰ ਪੈਸੇ ਦੇਣਾ ਜਿਹੜਾ ਹੈਗਾ, ਇਹ ਵੀ ਇਹਦੀ ਪ੍ਰੋਵੀਜ਼ਨ ਹੋਣੀ ਚਾਹੀਦੀ ਆ। ਸਾਰਾ ਪੈਸਾ ਸੈਲਰੀ ਤੇ ਹੀ ਨਾ ਚਲਾ ਜਾਵੇ। ਫਿਰ EMPLOYEES ਦੀ ਨੀਡ ਵੀ ਫੁੱਲਫਿਲ ਹੋਵੇ, ਇੰਨਾ ਪੈਸਾ ਆਪਾਂ ਨੂੰ ਦੇਣਾ ਚਾਹੀਦਾ ਹੈਗਾ। ਤੇ ਮਿਨੀਮਮ ਨੀਡਸ ਤੋਂ ਇਲਾਵਾ ਇਹ ਵੀ ਆ ਵੀ ਜਿਹੜੇ ਰਾਈਟ ਪੀਪਲ ਨੇ ਉਹ ਅਟਰੈਕਟ ਹੋ ਸਕਣ ਸਰਕਾਰੀ ਕੰਮ ਵੱਲ, ਸਰਕਾਰੀ ਕਰਮਚਾਰੀ ਲੱਗ ਸਕਣ ਜਿਹੜੇ ਵੀ ਵਧੀਆ ਉਸ ਕੰਮ ਨੂੰ ਨਿਭਾ ਸਕਦੇ ਨੇ। ਅਟਰੈਕਟਿਵ ਸੈਲਰੀ ਤਾਂ ਕਰਕੇ ਦੇਣਾ ਜ਼ਰੂਰੀ ਹੈ। ਫਿਰ ਉਸ ਤੋਂ ਬਾਅਦ EMPLOYEES ਆਫ ਸਟੇਟ ਸਰਵਿਸ ਜਿਹੜੇ ਮਰ ਜਾਂਦੇ ਸੀਗੇ ਪਬਲਿਕ ਸਰਵੈਂਟਸ ਨੇ ਸਰਵਿਸ ਦੌਰਾਨ, ਉਹਨਾਂ ਦੀ ਫੈਮਿਲੀਜ਼ ਨੂੰ ਸਪੋਰਟ ਤੇ ਕੇਅਰ ਦੀ ਗੱਲ ਕੀਤੀ ਗਈ ਹੈ ਅਰਥ ਸ਼ਾਸਤਰਾਂ ਦੇ ਵਿੱਚ। ਫਿਰ ਕੋਈ ਫਿਊਨਰਲ ਹੋ ਗਿਆ, ਇਲਨੈਸ ਹੋ ਗਈ, ਕੋਈ ਹੋਰ ਓਕੇਸ਼ਨ ਆ, ਤਾਂ ਉਸ ਓਕੇਸ਼ਨ ਤੇ ਗਵਰਨਮੈਂਟ ਸਰਵੈਂਟਸ ਨੂੰ ਮਨੀ ਤੇ ਰਿਸਪੈਕਟ ਦੇਣ ਦੀ ਗੱਲ ਕੀਤੀ ਗਈ ਹੈ ਰਾਜਾ ਦੁਆਰਾ। ਫਿਰ ਟ੍ਰੇਨਿੰਗ, ਤਾਂ ਕੌਟਲਿਆ ਨੇ ਕਿਹਾ ਹੈਗਾ ਵੀ ਜਿਹੜੇ ਬੰਦੇ ਵਿਲਿੰਗ ਨੇ ਟ੍ਰੇਨ ਕਰਨ ਲਈ ਤੇ ਆਪਣੇ ਆਪ ਨੂੰ ਬਦਲਣ ਲਈ, ਤਾਂ ਉਹਨਾਂ ਨੂੰ ਟ੍ਰੇਨਿੰਗ ਦੇਣੀ ਚਾਹੀਦੀ ਹੈ। ਇਸ ਦੇ ਨਾਲ ਡਿਸਿਪਲਿਨ ਪ੍ਰਮੋਟ ਹੁੰਦਾ ਕਿਸੇ ਆਰਗੇਨਾਈਜੇਸ਼ਨ 'ਚ। ਤੇ ਹਾਇਰ ਲੈਵਲ ਆਫੀਸਰਸ ਦੀ ਟ੍ਰੇਨਿੰਗ ਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ। ਜਿਵੇਂ ਪ੍ਰਿੰਸ ਆ, ਉਹਦੇ ਲਈ, ਯੁਵਰਾਜ ਦੇ ਲਈ ਸਪੈਸ਼ਲਾਈਜ਼ਡ ਟੀਚਰਸ ਨੇ। ਮਤਲਬ ਪੁਰੋਹਿਤ ਜੀ ਹੈਗੇ ਨੇ, ਬਹੁਤ ਸਾਰੀ ਆਰਟਸ 'ਚ ਮਿਲਟਰੀ ਆਰਟ ਹੈਗੀ ਆ, ਕੋਈ ਐਡਮਿਨਿਸਟ੍ਰੇਸ਼ਨ ਦੀ ਸਾਇੰਸ ਆ, ਅੱਡ-ਅੱਡ ਟੀਚਰਸ ਨੇ ਜਿਹੜੇ ਉਹਨੂੰ ਟ੍ਰੇਨ ਕਰ ਸਕਣ। ਤੇ ਜਿਹੜਾ ਐਡਮਿਨਿਸਟ੍ਰੇਟਰ ਆ ਉਹਨੂੰ ਸਾਇੰਸ ਆਫ ਐਡਮਿਨਿਸਟ੍ਰੇਸ਼ਨ ਬਾਰੇ ਪਤਾ ਹੋਣਾ ਚਾਹੀਦਾ ਹੈਗਾ। ਇਹ ਗੱਲ ਵੀ ਕੌਟਲਿਆ ਨੇ ਕੀਤੀ ਹੈਗੀ। ਉਸ ਤੋਂ ਬਾਅਦ ਵੈਲਫੇਅਰ ਸਟੇਟ ਦਾ ਕਨਸੈਪਟ ਵੀ ਕੌਟਲਿਆ ਨੇ ਦਿੱਤਾ, ਪਰ ਇੱਥੇ ਆਪਣੀ ਪਰਸੋਨਲ ਐਡਮਿਨਿਸਟ੍ਰੇਸ਼ਨ ਖਤਮ ਹੋ ਜਾਂਦੀ ਹੈਗੀ।